ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਖੁਦਾ ਵੰਦੇ ਜ਼ਮੀਨੋ ਆਸਮਾਂ ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾਨ। ਦੌਲਤੇ ਜਾਵੇਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਖੁਦਾ ਵੰਦੇ ਜ਼ਮੀਨੋ ਆਸਮਾਂ ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾਨ। ਖਾਕੇ ਰਾਹਸ਼ ਤੂਤੀ ਆਏ ਚਸ਼ਮੇ ਮਾਸ ਆਬਰੂ ਅਫਜ਼ਾਏ ਹਰ ਸ਼ਾਹੋ ਗਦਾਸਤ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੂਜਰੀ ਮਹੱਲਾ ਪੰਜਵਾ।
ਕਬਹੂ ਹਰਿ ਸਿਉ ਚੀਤ ਨਾ ਲਾਇਓ। ਧੰਦਾ ਕਰਤ ਬਿਹਾਨੀ ਔਧ ਹੈ। ਗੁਣ ਨਿਧ ਨਾਮ ਨਾ ਗਾਇਓ। ਕਬਹੂ ਹਰਿ ਸਿਉ ਚੀਤ ਨਾ ਲਾਇਓ। ਧੰਦਾ ਕਰਤ ਬਿਹਾਨੀ ਔਧ ਹੈ। ਗੁਣ ਨਿਧ ਨਾਮ ਨਾ ਗਾਇਓ। ਰਹਾਉ ਕੌਡੀ ਕੌਡੀ ਜੋਰਤ ਕਪਟੇ। ਅਨਕ ਜੁਗਤ ਕਰ ਧਾਇਓ। ਬਿਸਰਤ ਪ੍ਰਭ ਕੇਤੇ ਦੁਖ ਗਨੀਐ। ਮਹਾ ਮੋਹਨੀ ਖਾਇਓ। ਕਰਹੁ ਅਨੁਗ੍ਰਹੁ ਸੁਆਮੀ ਮੇਰੇ। ਗਨਹੁ ਨ ਮੋਹਿ ਕਮਾਇਓ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ। ਨਾਨਕ ਹਰਿ ਸਰਣਾਇਓ। ਕਰਹੁ ਅਨੁਗ੍ਰਹੁ ਸੁਆਮੀ ਮੇਰੇ। ਗਨਹੁ ਨ ਮੋਹਿ ਕਮਾਇਓ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ। ਨਾਨਕ ਹਰਿ ਸਰਣਾਇਓ। ਗੂਜਰੀ ਮਹੱਲਾ ਪੰਜਵਾ। ਕਬਹੂ ਹਰਿ ਸਿਉ ਚੀਤ ਨਾ ਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ। ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਹਜੂਰ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਆਸਰਾ ਲੈਂਦਿਆਂ ਹੋਇਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਪਾਵਨ ਕੀਰਤਨ ਪਾਵਨ ਗੁਰਬਾਣੀ ਦੀ ਕਥਾ ਸ਼ਰਵਣ ਕਰਨ ਦੇ ਲਈ ਇਕੱਤਰਿਤ ਹੋ ਰਹੇ ਹਾਂ। ਕਿਉਂਕਿ ਸੰਸਾਰ ਦੇ ਅੰਦਰ ਆਪੋ ਆਪਣੇ ਕਰਮਾਂ ਦੇ ਅਨੁਸਾਰ ਮਨੁੱਖ ਜਨਮ ਲੈ ਕੇ ਆਉਂਦਾ ਹੈ, ਪਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਦਾ ਸਮਾਂ ਕੁਝ ਕੁ ਮਨੁੱਖਾਂ ਨੂੰ ਮਿਲਦਾ ਹੈ। ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਹੋਰ ਜਿਹੜੇ ਕੰਮ ਕਾਜ ਹਨ ਉਹਨਾਂ ਬਾਰੇ ਜਦੋਂ ਵਿਚਾਰ ਕਰਦਾ ਹੈ, ਬੜੀ ਸੂਖਮ ਵਿਚਾਰ ਹੁੰਦੀ ਹੈ ਕਿ ਫਲਾਣੇ ਦਿਨ ਆਪਾਂ ਇਹ ਕਰਮ ਕਰਨਾ ਹੈ, ਅਗਲੇ ਮਹੀਨੇ ਆਪਾਂ ਇਹ ਕੰਮ ਕਾਜ ਸ਼ੁਰੂ ਕਰਨਾ ਹੈ। ਪਰ ਮਨੁੱਖ ਸਮੇਂ ਦੇ ਹਾਲਾਤ ਦੇ ਬਾਰੇ ਕੁਝ ਸੋਚਦਾ ਇੰਨਾ ਕੁ ਉਲਝ ਗਿਆ ਹੈ ਕਿ ਜਿਹੜਾ ਉਸ ਨੇ ਧਰਮ ਦਾ ਕੋਈ ਕਰਮ ਕਰਨਾ ਸੀ ਇਸ ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਪਰ ਸਤਿਗੁਰਾਂ ਨੇ ਸਾਡੇ ਉੱਪਰ ਮਹਾਨ ਕਿਰਪਾ ਕੀਤੀ ਹੈ, ਜੋ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਵੀ ਸਾਨੂੰ ਆਪਣੀ ਨਿੱਘੀ ਪਿਆਰੀ ਸੁੰਦਰ ਗੋਦ ਦੇ ਅੰਦਰ ਬੈਠਾ ਕਰਕੇ ਪਾਵਨ ਪਵਿੱਤਰ ਸ਼ਬਦ ਕੀਰਤਨ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਕਰਨ ਦੇ ਲਈ ਸਾਨੂੰ ਉਤੇਜਿਤ ਕੀਤਾ ਹੈ। ਸੰਸਾਰ ਦੇ ਅੰਦਰ ਵਿਦਵਾਨਾਂ ਨੇ ਜਿਹੜਾ ਧਨ ਹੈ ਦੌਲਤ ਹੈ ਇਸ ਨੂੰ ਕਈ ਪ੍ਰਕਾਰ ਕਰਕੇ ਮੰਨਿਆ ਹੈ।
ਕੋਈ ਨਾ ਕੋਈ ਮਨੁੱਖ ਕਿਸੇ ਨਾ ਕਿਸੇ ਧਨ ਦੇ ਨਾਲ ਜ਼ਰੂਰ ਜੁੜਿਆ ਹੁੰਦਾ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਵੀ ਧਨ ਦਾ ਬਹੁਤ ਜ਼ਿਕਰ ਆਉਂਦਾ ਹੈ। ਇੱਕ ਹੈ ਸੰਸਾਰੀ ਧਨ, ਜਿਸ ਨੂੰ ਪਾਵਨ ਗੁਰਬਾਣੀ ਦੇ ਅੰਦਰ ਇਸ ਪ੍ਰਕਾਰ ਬਿਆਨ ਕੀਤਾ ਹੈ ਕਿ ਮਨੁੱਖ ਬਹੁਤੇ ਕਪਟ ਵਲ ਛਲ ਕਰਕੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਣ ਲੁਟਾਵੈ। ਕਿ ਮਨੁੱਖ ਸੋਚਦਾ ਹੈ ਕਿ ਮੈਂ ਬਹੁਤੇ ਧਨ ਇਕੱਠਾ ਕਰਨ ਕਰਕੇ ਸੁਖੀ ਹੋ ਜਾਵਾਂਗਾ। ਪਾਵਨ ਗੁਰਬਾਣੀ ਦੇ ਅੰਦਰ ਐਸੇ ਵੀ ਬਚਨ ਆਉਂਦੇ ਨੇ ਕਿ ਇਹ ਜਿਹੜੀ ਮਾਇਆ ਹੈ, ਇਹ ਜਿਹੜਾ ਧਨ ਦੌਲਤ ਹੈ, ਇਸ ਦੇ ਅੰਦਰ ਦੋ ਵੱਡੀਆਂ ਕਮੀਆਂ ਹਨ। ਉਹ ਕਿਹੜੀਆਂ ਹਨ? ਇੱਕ ਤਾਂ ਹੈ ਪਾਪਾਂ ਵੱਜ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਕਿ ਇਹ ਇੱਕ ਤਾਂ ਬਹੁਤੀ ਜਿਹੜੀ ਮਾਇਆ ਇਕੱਠੀ ਕਰਨੀ ਹੋਵੇ ਤੇ ਪਾਪ ਕਰਮ ਕਰੇ ਤੋਂ ਬਿਨਾਂ ਬਹੁਤੀ ਮਾਇਆ ਇਕੱਠੀ ਨਹੀਂ ਹੋ ਸਕਦੀ। ਤੇ ਦੂਸਰਾ ਨਾਲ ਹੀ ਬਚਨ ਕਹਿ ਦਿੱਤਾ ਕਿ ਮੋਇਆ ਸਾਥ ਨਾ ਜਾਏ। ਜਦੋਂ ਮਨੁੱਖ ਦੀ ਜੀਵ ਕਲਾ ਸਮਾਪਤ ਹੁੰਦੀ ਹੈ, ਉਸ ਵੇਲੇ ਇਹ ਮਰ ਕੇ ਨਾਲ ਨਹੀਂ ਜਾਂਦੀ। ਤੇ ਸਤਿਗੁਰਾਂ ਨੇ ਉੱਥੇ ਹੀ ਪਾਵਨ ਗੁਰਬਾਣੀ ਦੇ ਅੰਦਰ ਇੱਕ ਨਾਮ ਧਨ ਦਾ ਵੀ ਜ਼ਿਕਰ ਕੀਤਾ ਹੈ। ਉਸ ਦੀ ਬਾਬਤ ਪਾਵਨ ਬਚਨ ਆਉਂਦੇ ਹਨ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਕਿ ਇਹ ਜਿਹੜਾ ਪਾਵਨ ਗੁਰਬਾਣੀ ਪਾਵਨ ਨਾਮ ਦਾ ਜਿਹੜਾ ਨਾਮ ਧਨ ਹੈ, ਇਹ ਨਾ ਤਾਂ ਨਿਖੁੱਟਦਾ ਹੈ, ਭਾਵ ਖੋਟਾ, ਜਿਵੇਂ ਸਿੱਕਾ ਕਈ ਵਾਰ ਖੋਟਾ ਨਿਕਲ ਜਾਂਦਾ ਹੈ, ਜਾਂ ਜਿਵੇਂ ਆਪਣਾ ਕੋਈ ਪੈਸਾ ਆਦਿਕ ਫਟ ਜਾਵੇ ਤੇ ਉਹ ਨਿਕੰਮਾ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਪਾਵਨ ਨਾਮ ਧਨ ਹੈ, ਇਹ ਕਦੇ ਵੀ ਨਾਸ਼ ਨਹੀਂ ਹੁੰਦਾ। ਇਸ ਨਾਮ ਧਨ ਦਾ ਜ਼ਿਕਰ ਕਰਦਿਆਂ ਹੋਇਆਂ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਪਾਵਨ ਬਚਨ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਲਗਭਗ 7 ਗ੍ਰੰਥ ਪਾਏ ਹਨ। ਉਹਨਾਂ ਵਿੱਚੋਂ ਇੱਕ ਗ੍ਰੰਥ ਦਾ ਨਾਮ ਹੈ ਜ਼ਿੰਦਗੀ ਨਾਮਹਿ। ਇਸ ਜ਼ਿੰਦਗੀ ਨਾਮਹਿ ਗ੍ਰੰਥ ਦੇ ਅੰਦਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਪਾਵਨ ਬਚਨ ਲਿਖੇ ਹਨ ਕਿ ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਨੰਦ ਲਾਲ ਸਾਹਿਬ ਜੀ ਵੀ ਜਿਹੜਾ ਨਾਮ ਧਨ ਹੈ ਉਸ ਦਾ ਜ਼ਿਕਰ ਕਰਦੇ ਹਨ ਕਿ ਦੌਲਤੇ ਜਾਵੇਦ, ਕਹਿੰਦੇ ਕਿ ਹਮੇਸ਼ਾ ਰਹਿਣ ਵਾਲਾ ਧਨ ਕਿਹੜਾ ਹੈ? ਦੌਲਤੇ ਮੈਨੇ ਹੁੰਦਾ ਹੈ ਧਨ, ਜਾਵੇਦ ਮੈਨੇ ਹੁੰਦਾ ਹੈ ਸਦੀਵੀ। ਭਾਈ ਨੰਦ ਲਾਲ ਜੀ ਆਖਦੇ ਹਨ ਕਿ ਸਦੀਵੀ ਰਹਿਣ ਵਾਲਾ ਧਨ ਕਿਹੜਾ ਹੈ? ਤੇ ਅੱਗੇ ਬਚਨ ਲਿਖਦੇ ਨੇ ਬਾਸ਼ਦ ਬੰਦਗੀ, ਜਿਹੜੀ ਬੰਦਗੀ ਕਰਨੀ, ਬਾਸ਼ਦ ਮੈਨੇ ਕਰਨੀ, ਜਿਹੜੀ ਬੰਦਗੀ ਕਰਨੀ, ਇਹੀ ਸਦੀਵੀ ਰਹਿਣ ਵਾਲਾ ਧਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿਹੜਾ ਇਹ ਆਖਿਆ ਹੈ ਕਿ ਸਦੀਵੀ ਰਹਿਣ ਵਾਲਾ ਧਨ ਹੈ, ਨਾਲ ਹੀ ਉਹਨਾਂ ਨੇ ਗੁਰਸਿੱਖਾਂ ਨੂੰ ਸਮਝਾਉਣ ਦੇ ਲਈ ਅਗਲੀ ਪੰਕਤੀ ਲਿਖੀ ਹੈ। ਭਾਈ ਨੰਦ ਲਾਲ ਜੀ ਆਖਦੇ ਨੇ ਕਿ ਮੇਰੀ ਸਾਰੀ ਉਮਰ ਦਾ ਤਜਰਬਾ, ਸਾਰੀ ਉਮਰ ਦੀ ਵਿਦਵਤਾ ਤਾਂ ਇਹ ਗੱਲ ਆਖਦੀ ਹੈ ਕਿ ਜਿਹੜਾ ਨਾਮ ਧਨ ਹੈ ਬੰਦਗੀ ਕਰਨੀ, ਇਹੀ ਇੱਕ ਸਦੀਵੀ ਰਹਿਣ ਵਾਲਾ ਧਨ ਹੈ। ਤਾਂ ਹੀ ਗੁਰਸਿੱਖਾਂ ਨੂੰ ਅਗਲੀ ਪੰਕਤੀ ਵਿੱਚ ਬੇਨਤੀ ਕਰ ਦਿੱਤੀ ਕਿ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਐ ਭਾਈ ਗੁਰਸਿੱਖੋ, ਕਿਉਂਕਿ ਵਿਦਵਾਨਾਂ ਦਾ ਖਿਆਲ ਹੈ ਕਿ ਜਿਹੜੀ ਗੱਲ 3 ਵਾਰ ਕਹਿ ਦਿੱਤੀ ਜਾਵੇ ਉਹ ਪੱਕੀ ਗੱਲ ਹੁੰਦੀ ਹੈ। ਉਸੇ ਨਿਯਮ ਨੂੰ ਨਿਭਾਉਂਦਿਆਂ ਹੋਇਆਂ ਭਾਈ ਨੰਦ ਲਾਲ ਜੀ ਨੇ ਵੀ 3 ਵਾਰ ਇਹ ਜਿਹੜੀ ਸ਼ਬਦ ਹੈ ਉਹ ਲਿਖਿਆ ਹੈ ਕਿ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕੁਨ ਦਾ ਅਰਥ ਹੁੰਦਾ ਹੈ ਕਰ। ਇਸ ਲਈ ਐ ਮਨੁੱਖ, ਤੂੰ ਬੰਦਗੀ ਕਰ, ਤੂੰ ਬੰਦਗੀ ਕਰ, ਤੂੰ ਬੰਦਗੀ ਕਰ।
ਕਿੰਨਾ ਜ਼ੋਰ ਦੇ ਕੇ ਇਸ ਪਾਵਨ ਸ਼ਹਿਰ ਦੇ ਅੰਦਰ ਭਾਈ ਨੰਦ ਲਾਲ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਿਉਂ ਕੀਤਾ ਹੈ? ਕਿਉਂਕਿ ਇਹ ਹਮੇਸ਼ਾ ਰਹਿਣ ਵਾਲਾ ਧਨ ਹੈ। ਜਿਵੇਂ ਇੱਕ ਪੰਡਤ ਹਰਦਿਆਲ ਜੀ ਨੇ ਇਸ ਧਨ ਦੀ ਬਾਬਤ ਸਾਰ ਕਿਤਾਵਲੀ ਦੇ ਵਿੱਚ ਵੀ ਬਚਨ ਲਿਖੇ ਹਨ ਕਿ ਜਿਹੜਾ ਆਪਾਂ ਸੰਸਾਰੀ ਤੌਰ ਤੇ ਧਨ ਕਮਾਉਂਦੇ ਹਾਂ, ਇਸ ਦੇ 4 ਭਾਗੀਦਾਰ ਹੁੰਦੇ ਨੇ। ਉਹ ਕਿਹੜੇ ਨੇ? ਧਨ ਕੇ ਭਾਗੀ 4 ਹੈ, ਧਰਮ ਚੋਰ ਨਿਰਪ ਆਗ। ਕਿ ਜਾਂ ਤਾਂ ਇਸ ਧਰਮ ਦਾ ਜਿਹੜਾ ਹੱਕਦਾਰ ਉਹ ਪਹਿਲਾ ਹੁੰਦਾ ਹੈ ਰਾਜਾ, ਜਿਵੇਂ ਸਮੇਂ ਦੀ ਸਰਕਾਰ ਨੂੰ ਕੋਈ ਟੈਕਸ ਆਦਿਕ ਭਰਨਾ ਪੈਂਦਾ ਹੈ। ਜੇ ਕਹਿੰਦੇ ਕਿ ਉਹ ਟੈਕਸ ਆਦਿਕ ਨਾ ਭਰਿਆ ਜਾਵੇ ਤੇ ਫਿਰ ਇਸ ਦਾ ਦੂਸਰਾ ਹਿੱਸੇਦਾਰ ਜਿਹੜੇ ਚੋਰ ਆਦਿਕ ਨੇ ਉਹ ਬਣ ਜਾਂਦੇ ਨੇ। ਕੋਈ ਆਪਣੇ ਧਨ ਨੂੰ ਚੁਰਾ ਕੇ ਲੈ ਜਾਂਦਾ ਹੈ। ਤੀਸਰਾ ਇਸ ਦਾ ਹਿੱਸੇਦਾਰ ਹੈ ਅੱਗ। ਜੇ ਚੋਰਾਂ ਦੇ ਕੋਲੋਂ ਵੀ ਧਨ ਬਚ ਜਾਵੇ ਤੇ ਜਿਹੜੀ ਸਮੇਂ ਦੀ ਕੋਈ ਘਟਨਾ ਹੈ ਉਹ ਇਸ ਪੈਸੇ ਨੂੰ ਨਾਸ਼ ਕਰ ਦਿੰਦੀ ਹੈ। ਕਈਆਂ ਦਾ ਜਿਹੜਾ ਧਨ ਹੈ ਉਹ ਦੱਬਿਆ ਹੀ ਰਹਿ ਜਾਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਤੇ ਚੌਥਾ ਇਸ ਧਨ ਦਾ ਹਿੱਸੇਦਾਰ ਉਹ ਹੈ ਧਰਮ। ਪੰਡਤ ਹਰਦਿਆਲ ਜੀ ਦੇ ਪਾਵਨ ਬਚਨ ਹਨ ਕਿ ਧਨ ਕੇ ਭਾਗੀ 4 ਹੈ, ਧਰਮ ਚੋਰ ਨਿਰਪ ਆਗ। ਤੇ ਨਾਲ ਹੀ ਬਚਨ ਲਿਖੇ ਨੇ ਕਿ ਜੇ ਇਸ ਧਨ ਨੂੰ ਧਰਮ ਦੇ ਲੇਖੇ ਨਾ ਲਾਇਆ ਜਾਵੇ, ਕਿਉਂਕਿ ਇਹਨਾਂ 4 ਦੇ ਵਿੱਚੋਂ ਜਿਹੜਾ ਧਰਮ ਹੈ ਉਹ ਸ੍ਰੇਸ਼ਟ ਹੈ। ਧਰਮ ਸਰਬ ਸੁਖ ਖਾਣ। ਪਾਵਨ ਸਾਰ ਕਿਤਾਵਲੀ ਦੇ ਅੰਦਰ ਹੀ ਪਹਿਲੇ ਅਧਿਆਏ ਦੇ ਵਿੱਚ ਪੰਡਤ ਹਰਦਿਆਲ ਨੇ ਇਸ ਧਰਮ ਦੀ ਮਹਿਮਾ ਕਰਦਿਆਂ ਹੋਇਆਂ ਬੜੇ ਬੜੇ ਉੱਤਮ ਬਚਨ ਲਿਖੇ ਹਨ ਕਿ ਇਹ ਜਿਹੜਾ ਧਰਮ ਹੈ ਇਹ ਧਰਮ ਸਰਬ ਸੁਖ ਖਾਨ। ਜਿਵੇਂ ਸਿਆਣੇ ਬਜ਼ੁਰਗ ਜਾਣਦੇ ਨੇ, ਇੱਕ ਖਾਨ ਹੁੰਦੀ ਹੈ, ਇੱਕ ਹੁੰਦਾ ਹੈ ਖਜ਼ਾਨਾ। ਜਿੱਥੋਂ ਕੋਈ ਵਸਤੂ ਪ੍ਰਾਪਤ ਹੋਵੇ ਉਸ ਨੂੰ ਖਾਨ ਕਿਹਾ ਜਾਂਦਾ ਹੈ, ਤੇ ਜਿੱਥੇ ਕੋਈ ਵਸਤੂ ਰੱਖੀ ਜਾਂਦੀ ਹੈ ਉਸ ਨੂੰ ਖਜ਼ਾਨਾ ਆਖਿਆ ਜਾਂਦਾ ਹੈ। ਪਰ ਇੱਥੇ ਦੇਖੋ ਪੰਡਤ ਹਰਦਿਆਲ ਜੀ ਨੇ ਧਰਮ ਦੀ ਉਪਮਾ ਕਰਦਿਆਂ ਹੋਇਆਂ ਖਜ਼ਾਨਾ ਸ਼ਬਦ ਨਹੀਂ ਲਿਖਿਆ, ਕਿਉਂਕਿ ਖਜ਼ਾਨਾ ਐਸਾ ਹੁੰਦਾ ਹੈ ਜਿਸ ਵਿੱਚ ਆਪਾਂ ਜਿੰਨੀ ਵਸਤੂ ਰੱਖਦੇ ਹਾਂ, ਜਿਵੇਂ ਜਿਵੇਂ ਉਹ ਵਸਤੂ ਆਪਾਂ ਖਜ਼ਾਨੇ ਦੇ ਵਿੱਚੋਂ ਕੱਢੀ ਜਾਈਏ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਖਾਨ ਐਸੀ ਇੱਕ ਜਗ੍ਹਾ ਹੈ ਜਿੱਥੇ ਆਪਾਂ ਜਿੰਨੀ ਵਸਤੂ ਕੱਢਦੇ ਹਾਂ ਉਥੋਂ ਓਨੀ ਹੀ ਉਹ ਵਸਤੂ ਅੱਗੇ ਤੁਰੀ ਆਉਂਦੀ ਹੈ, ਭਾਵ ਉਹ ਕਦੇ ਵੀ ਮੁੱਕਦੀ ਨਹੀਂ। ਇਸ ਲਈ ਪੰਡਤ ਹਰਦਿਆਲ ਜੀ ਨੇ ਧਰਮ ਦੀ ਉਪਮਾ ਕਰਦਿਆਂ ਹੋਇਆਂ ਖਾਨ ਸ਼ਬਦ ਵਰਤਿਆ ਹੈ ਕਿ ਧਰਮ ਸਰਬ ਸੁਖ ਖਾਨ, ਜਾਨ ਸਭ ਕੋ ਹਿਤਕਾਰੀ। ਕਿ ਇਹ ਜਿਹੜਾ ਧਰਮ ਹੈ ਇਹ ਸਾਰਿਆਂ ਦਾ ਹਿੱਤ ਕਰਨ ਵਾਲਾ ਹੈ। ਸੰਸਾਰੀ ਤੌਰ ਤੇ ਜੇ ਆਪਾਂ ਉਦਾਹਰਣ ਲੈਣੀ ਹੋਵੇ, ਚੀਮਾ ਸਾਹਿਬ ਦੇ ਵੱਲ ਇੱਕ ਪਿੰਡ ਪੈਂਦਾ ਹੈ, ਉਸ ਪਿੰਡ ਦੀ ਇੱਕ ਘਟਨਾ ਹੈ। ਦਾਸ ਵੀ ਉਹਨਾਂ ਦੇ ਘਰੇ ਗਿਆ ਸੀ ਇੱਕ ਵਾਰ, ਕਿ ਉਹਨਾਂ ਦੇ ਜਿਹੜਾ ਘਰ ਪਰਿਵਾਰ ਦਾ ਜਿਹੜਾ ਮੁਖੀਆ ਸੀ ਉਹ ਬਹੁਤ ਹਮੇਸ਼ਾ ਹੀ ਸ਼ਰਾਬ ਦੇ ਨਾਲ ਰੱਜਿਆ ਰਹਿੰਦਾ ਸੀ। ਤੇ ਸਮਾਂ ਪਾ ਕੇ ਉਹਨਾਂ ਦੇ ਜਿਹੜੇ ਅੱਗੇ ਜਵਾਕ ਸਨ ਉਹਨਾਂ ਨੇ ਕਿਸੇ ਪਿਆਰੇ ਗੁਰਸਿੱਖ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਆਵੋ, ਕੋਈ ਸਾਡੇ ਬਜ਼ੁਰਗਾਂ ਨੂੰ ਸਮਝਾਵੋ, ਇਹਨਾਂ ਨੂੰ ਵੀ ਕੋਈ ਮੱਤ ਆਵੇ। ਤੇ ਚਲੋ ਸਮਾਂ ਪਾ ਕੇ ਉਹ ਨਾਮ ਬਾਣੀ ਦੇ ਰਸੀਏ ਗੁਰਸਿੱਖ ਜਦੋਂ ਉਹਨਾਂ ਸ਼ਰਾਬ ਪੀਣ ਵਾਲਿਆਂ ਦੇ ਘਰ ਗਏ ਤੇ ਜਾਂਦਿਆਂ ਨੂੰ ਕੀ ਵੇਖਿਆ ਕਿ ਉਹ ਜਿਹੜੇ ਬਜ਼ੁਰਗ ਸਨ ਉਹ ਸ਼ਰਾਬ ਦੇ ਨਾਲ ਰੱਜੇ ਘਰ ਦੇ ਜਿਹੜਾ ਦਰਵਾਜ਼ਾ ਸੀ ਉਸ ਉੱਪਰ ਲੇਟ ਰਹੇ ਸਨ। ਤੇ ਉਹਨਾਂ ਗੁਰਸਿੱਖਾਂ ਨੇ ਆਖਿਆ ਕਿ ਭਗਤਾ ਬਾਜ ਆ ਜਾ। ਤੇ ਅੱਜ ਮੈਂ ਵੀ ਉਸ ਮਨੁੱਖ ਦੇ ਦਰਸ਼ਨ ਕੀਤੇ ਨੇ। ਉਸ ਨੂੰ ਸਾਰਾ ਪਿੰਡ ਭਗਤ ਜੀ ਕਰਕੇ ਬੁਲਾਉਂਦਾ ਹੈ। ਕਿਉਂ ਬੁਲਾਉਂਦਾ ਹੈ? ਕਿਉਂਕਿ ਉਸ ਮਨੁੱਖ ਨੇ ਧਰਮ ਨੂੰ ਧਾਰਨ ਕਰ ਲਿਆ। ਅੱਜ ਅੰਮ੍ਰਿਤ ਛਕ ਕੇ ਉਹ ਗੁਰਸਿੱਖ ਬਣ ਗਿਆ। ਜਿਹੜੇ ਮਨੁੱਖ ਨੂੰ ਸਾਰਾ ਪਿੰਡ ਨਸ਼ੇੜੀ ਸ਼ਰਾਬੀ ਕਹਿ ਕੇ ਬੁਲਾਉਂਦਾ ਸੀ,
ਅੱਜ ਦੇਖੋ ਉਸੇ ਮਨੁੱਖ ਨੂੰ ਭਗਤ ਜੀ ਕਰਕੇ ਬੁਲਾਉਂਦੇ ਨੇ। ਇੰਨੀ ਪਾਵਰ ਹੈ ਧਰਮ ਦੇ ਵਿੱਚ। ਜਿਵੇਂ ਆਮ ਹੀ ਆਪਾਂ ਘਰ ਪਰਿਵਾਰ ਦੇ ਵਿੱਚ ਇਹ ਗੱਲਬਾਤ ਕਰਦੇ ਹਾਂ ਕਿ ਕੋਈ ਮਨੁੱਖ ਪਹਿਲੇ ਸਮੇਂ ਦੇ ਅੰਦਰ ਬਹੁਤ ਮਾੜਾ ਹੋਵੇ, ਜੇ ਉਹ ਅੰਮ੍ਰਿਤ ਛਕ ਲਵੇ ਤੇ ਆਪਾਂ ਆਮ ਹੀ ਘਰ ਦੇ ਵਿੱਚ ਇਹ ਬਚਨ ਬੋਲਦੇ ਹਾਂ ਕਿ ਹੁਣ ਮਨੁੱਖ ਸਿਆਣਾ ਹੋ ਗਿਆ। ਧਰਮ ਦਾ ਚਿੰਨ੍ਹ ਧਾਰਨ ਕਰਨ ਦੇ ਨਾਲ ਹੀ ਇੰਨੀ ਉਪਮਾ ਮਿਲ ਜਾਂਦੀ ਹੈ, ਜੇ ਸੱਚਮੁੱਚ ਆਪਾਂ ਧਰਮ ਦੇ ਗੁਣ ਧਾਰਨ ਕਰ ਲਈਏ ਫਿਰ ਦੇਖੋ ਕੈਸੀ ਸਾਡੀ ਵਡਿਆਈ ਸੋਭਾ ਹੋਵੇਗੀ। ਸਾਡੇ ਜੀਵਨ ਦੇ ਵਿੱਚ ਇੱਕ ਐਸੀ ਤਬਦੀਲੀ ਆਵੇਗੀ ਜਿਸ ਦੇ ਨਾਲ ਸਾਡਾ ਲੋਕ ਸੁਖੀਆ ਔਰ ਪਰਲੋਕ ਵੀ ਸੁਹੇਲਾ ਹੋਵੇਗਾ। ਇਸ ਲਈ ਸਾਨੂੰ ਗੁਰਸਿੱਖਾਂ ਨੂੰ ਚਾਹੀਦਾ ਹੈ, ਮਾਤਾਵਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਅਸੀਂ ਆਪ ਕੇਸਾਧਾਰੀ ਹੋਈਏ, ਉਸ ਤੋਂ ਬਾਅਦ ਸਾਡੇ ਜਿਹੜੇ ਬੱਚੇ ਨੇ, ਧੀਆਂ ਨੇ, ਉਹਨਾਂ ਨੂੰ ਕੇਸਾਧਾਰੀ ਕਰਨ ਦਾ ਯਤਨ ਕਰੀਏ। ਕਿਉਂਕਿ ਇਹ ਜਿਹੜਾ ਗੁਰਸਿੱਖੀ ਦਾ ਬੂਟਾ ਹੈ, ਇਸ ਨੂੰ ਇੱਕ ਮਾਂ ਹੀ ਜਿਉਂਦਾ ਰੱਖ ਸਕਦੀ ਹੈ। ਮਾਂ ਦੇ ਹੱਥ ਵਿੱਚ ਐਸੀ ਪਾਵਰ ਹੈ, ਉਹ ਬੱਚਿਆਂ ਨੂੰ ਛੋਟਿਆਂ ਹੁੰਦਿਆਂ ਨੂੰ ਗੁਰਬਾਣੀ ਦੇ ਲੜ ਲਾ ਸਕਦੀ ਹੈ, ਕੇਸਾਧਾਰੀ ਬਣਾ ਸਕਦੀ ਹੈ। ਇਸ ਲਈ ਜਿਹੜਾ ਧਰਮ ਹੈ ਉਹ ਇਤਨੀ ਸ਼ਕਤੀ ਰੱਖਣ ਵਾਲਾ ਹੈ। ਤੇ ਭਾਈ ਪੰਡਤ ਹਰਦਿਆਲ ਜੀ ਐਸੇ ਬਚਨ ਲਿਖ ਰਹੇ ਹਨ ਕਿ ਜਿਹੜਾ ਧਰਮ ਹੈ ਉਹ ਸਾਰਿਆਂ ਦੇ ਨਾਲੋਂ ਵੱਡਾ ਭਰਾ ਹੈ। ਤੇ ਬਚਨ ਲਿਖਦੇ ਹਨ ਕਿ ਜਿਸ ਦੇ ਉੱਪਰ ਧਰਮ ਜਿਹੜਾ ਵੱਡਾ ਭਰਾ ਉਹ ਗੁੱਸੇ ਹੋ ਜਾਵੇ ਤੇ ਜਿਹੜੇ ਬਾਕੀ ਦੇ ਨੇ ਨਰਿਪ, ਚੋਰ ਔਰ ਅੱਗ, ਉਹ ਵੀ ਧਨ ਵਾਲੇ ਧਨਵਾਨ ਮਨੁੱਖ ਦੇ ਉੱਪਰ ਗੁੱਸੇ ਹੋ ਜਾਂਦੇ ਨੇ। ਭਾਵ ਉਹਨਾਂ ਦੇ ਕੋਲ ਵੀ ਜਿਹੜਾ ਧਨ ਦੀ ਬਰਕਤ ਹੈ ਉਹ ਆਉਣੋਂ ਹਟ ਜਾਂਦੀ ਹੈ। ਇਸ ਲਈ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਤਜਰਬੇ ਦੇ ਵਿੱਚੋਂ ਇਹ ਪਾਵਨ ਬਚਨ ਆਖੇ ਨੇ ਕਿ ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕਿਉਂਕਿ ਬੰਦਗੀ ਕਰਨ ਦੇ ਨਾਲ ਹੀ ਮਨੁੱਖ ਸੁਰਖਰੂ ਹੋ ਕੇ ਇਸ ਸੰਸਾਰ ਤੋਂ ਜਾ ਸਕਦਾ ਹੈ। ਅੱਜ ਤੱਕ ਦੇਖੋ ਜਿੰਨੇ ਵੀ ਦੁਨੀਆ ਦੇ ਵਿੱਚ ਰਾਜੇ ਮਹਾਰਾਜੇ ਆਏ ਨੇ, ਉਹਨਾਂ ਨੂੰ ਧਨ ਦੇ ਕਰਕੇ ਨਹੀਂ ਕੋਈ ਜਾਣਦਾ। ਜਿਨ੍ਹਾਂ ਨੇ ਵੀ ਧਨ ਦਾ ਅਹੰਕਾਰ ਕੀਤਾ ਸੀ ਉਹ ਅੱਜ ਤੱਕ ਇਸ ਸੰਸਾਰ ਦੇ ਉੱਪਰ ਟਿਕੇ ਨਹੀਂ ਰਹਿ ਸਕਦੇ, ਉਹਨਾਂ ਦਾ ਕੋਈ ਨਾਮ ਨਹੀਂ ਜਾਣਦਾ। ਤੇ ਦੇਖੋ ਕੈਸੇ ਕੈਸੇ ਗਰੀਬ ਗੁਰਸਿੱਖ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਉਹਨਾਂ ਦੇ ਨਾਮ ਨੂੰ ਸਾਰੀ ਦੁਨੀਆ ਜਾਣਦੀ ਹੈ। ਜਿਵੇਂ ਕੱਲ੍ਹ ਸ਼ਾਮਾਂ ਵੇਲੇ ਦੇ ਪ੍ਰਸੰਗ ਵਿੱਚ ਵੀ ਇਹ ਆਈ ਸੀ ਬਚਨ ਕਿ ਮਾਤਾ ਕੌਲਾਂ ਜੀ, ਜਿਨ੍ਹਾਂ ਨੇ ਸਿਰਫ ਗੁਰੂ ਘਰ ਦੇ ਨਾਲ ਜੁੜ ਕੇ ਬੰਦਗੀ ਕੀਤੀ, ਉਹਨਾਂ ਦੇ ਨਾਮ ਦੇ ਉੱਪਰ ਕੌਲਸਰ ਸਰੋਵਰ ਬਣਿਆ ਹੋਇਆ ਹੈ। ਇਹ ਦੇਖੋ ਧਰਮ ਨੂੰ ਧਾਰਨ ਕਰਨ ਦੀ ਕੈਸੀ ਉਪਮਾ ਹੈ। ਤੇ ਇਸ ਸੰਸਾਰ ਤੋਂ ਸੁਰਖਰੂ ਹੋ ਕੇ ਜਾਣ ਦੇ ਲਈ ਵੀ ਧਰਮ ਜਿਹੜਾ ਧਾਰਨ ਕਰਨਾ ਬਹੁਤ ਲਾਜ਼ਮੀ ਹੈ। ਭਾਈ ਨੰਦ ਲਾਲ ਜੀ ਨੇ ਹੀ ਇਸ ਜ਼ਿੰਦਗੀ ਨਾਮੇ ਦੇ ਅੰਦਰ ਹੀ ਬਚਨ ਲਿਖੇ ਨੇ ਕਿ ਜੇ ਕੋਈ ਮਨੁੱਖ ਇਸ ਸੰਸਾਰ ਤੋਂ ਸੋਭਾ ਪਾ ਕੇ, ਵਡਿਆਈ ਕਰਵਾ ਕੇ ਤੇ ਸੁਰਖਰੂ ਹੋਣਾ ਚਾਹੁੰਦਾ ਹੈ, ਉਹਨਾਂ ਨੇ ਇੱਕ ਤਰੀਕਾ ਦਿੱਤਾ ਹੈ। ਉਹ ਤਰੀਕਾ ਕਿਹੜਾ ਹੈ? ਉਹ ਹੈ ਖਾ ਕੇ ਰਾਹਸ਼ ਤੂਤੀ ਆਏ ਚਸ਼ਮੇ ਮਾਸਤ। ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੀ ਪਵਿੱਤਰ ਆਤਮਾ ਹਨ ਕਿ ਉਹਨਾਂ ਦੇ ਜਿਹੜੇ ਰਸਤੇ ਦੀ ਖਾਕੇ ਮੈਨੇ ਜਿਹੜੀ ਚਰਨ ਧੂੜੀ ਹੈ, ਰਾਹਸ਼ ਮੈਨੇ ਰਾਹਾਂ ਦੀ, ਖਾ ਕੇ ਰਾਹਸ਼ ਤੂਤੀ ਆਏ ਚਸ਼ਮੇ ਮਾਸਤ। ਉਹਨਾਂ ਦੇ ਜਿਹੜੇ ਰਸਤੇ ਦੀ ਚਰਨ ਧੂੜੀ ਹੈ, ਜੇ ਕਿਸੇ ਮਨੁੱਖ ਦੇ ਚਸ਼ਮੇ ਮਾਸਤ ਨੇਤਰਾਂ ਦੇ ਵਿੱਚ ਭਾਵ ਮੁਖੜੇ ਦੇ ਉੱਪਰ ਪੈ ਜਾਵੇ, ਚਾਹੇ ਗੁਰਬਾਣੀ ਦੇ ਅੰਦਰ ਵੀ ਧੂੜ ਸ਼ਬਦ ਬਹੁਤ ਵਾਰ ਆਇਆ ਹੈ, ਪਰ ਅਸਲ ਵਿੱਚ ਇਸ ਦਾ ਇਹ ਭਾਵ ਨਹੀਂ ਕਿ ਕਣਕੇ ਮੁਖ ਦੇ ਅੱਖਾਂ ਦੇ ਵਿੱਚ ਪੈਣੇ। ਜਿਹੜੀ ਧੂੜੀ ਹੈ ਉਹ ਹਮੇਸ਼ਾ ਧਰਤੀ ਦੇ ਹੇਠਾਂ ਰਹਿੰਦੀ ਹੈ, ਭਾਵ ਕਦੇ ਵੀ ਉਸ ਦਾ ਉੱਪਰ ਸਥਾਨ ਨਹੀਂ ਹੋਇਆ।
ਜਦੋਂ ਵੀ ਪਾਵਨ ਗੁਰਬਾਣੀ ਦੇ ਅੰਦਰ ਧੂੜੀ ਸ਼ਬਦ ਆਉਂਦਾ ਹੈ ਉਸ ਤੋਂ ਭਾਵ ਲਿਆ ਜਾਂਦਾ ਹੈ ਨਿਮਰਤਾ। ਤੇ ਇਸ ਲਈ ਇੱਥੇ ਵੀ ਪਾਵਨ ਇਹ ਅਰਥ ਹੋਵਣਗੇ ਕਿ ਖਾ ਕੇ ਰਾਹ ਸ਼ਤੂਤੀ ਆਏ ਚਸ਼ਮੇ ਮਾਸਤ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਪਾਵਨ ਰਸਤੇ ਦੇ ਉੱਪਰ ਜਿਹੜਾ ਜਿਹੜਾ ਗੁਰਸਿੱਖ ਪਾਵਨ ਗੁਰਬਾਣੀ ਨੂੰ ਪੜ੍ਹਦਾ ਹੋਇਆ, ਨਾਮ ਜਪਦਾ ਹੋਇਆ ਨਿਮਰਤਾ ਨੂੰ ਧਾਰਨ ਕਰਦਾ ਹੈ, ਉਸ ਦੇ ਜੀਵਨ ਦੇ ਅੰਦਰ ਕੈਸੀ ਤਬਦੀਲੀ ਆਉਂਦੀ ਹੈ। ਆਬਰੂ ਅਫਜ਼ਾਏ ਹਰ ਸ਼ਾਹੋ ਗਦਾਸਤ। ਆਬਰੂ ਦਾ ਅਰਥ ਹੁੰਦਾ ਰੂ ਮੈਨੇ ਹੁੰਦਾ ਹੈ ਮੁਖੜਾ, ਤੇ ਆਬ ਦਾ ਅਰਥ ਹੁੰਦਾ ਹੈ ਸੋਭਾ। ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿਮਰਤਾ ਭਰੀ ਧੂੜੀ ਐਸੀ ਪਾਵਰ ਰੱਖਦੀ ਹੈ ਕਿ ਸਾਨੂੰ ਆਬਰੂ ਅਫਜ਼ਾਏ, ਜਿਹੜੀ ਅਫਜ਼ਾਏ ਮੈਨੇ ਵਧਾਉਣ ਵਾਲੀ, ਸਾਡੇ ਮੁਖੜੇ ਦੀ ਸੋਭਾ ਵਧਾਉਣ ਵਾਲੀ ਹੈ। ਤੇ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਮੁਖੜੇ ਦੀ ਸੋਭਾ ਵਧਾਉਣ ਵਾਲੀ ਉਹ ਗਰੀਬਾਂ ਦੀ ਵਧਾਉਂਦੀ ਹੈ ਜਾਂ ਅਮੀਰਾਂ ਦੀ? ਕਿਉਂਕਿ ਪਾਵਨ ਗੁਰਬਾਣੀ ਔਰ ਸਿੱਖ ਧਰਮ ਦੀ ਇੱਕ ਫਿਲਾਸਫੀ ਹੈ ਕਿ ਇਸ ਨੇ ਜਾਤ ਨੂੰ ਪ੍ਰਵਾਨ ਨਹੀਂ ਕੀਤਾ। ਇਹ ਜਨਮ ਤੋਂ ਜਾਤ ਨਹੀਂ ਮੰਨਦਾ, ਇਹ ਮੰਨਦਾ ਹੈ ਕਰਮ ਤੋਂ ਜਾਤ। ਜਿਵੇਂ ਦੇ ਜੇ ਮਾੜੇ ਕਰਮ ਹਨ ਤੇ ਮਨੁੱਖ ਦੀ ਮਾੜੀ ਜਾਤ ਹੈ, ਜੇ ਚੰਗੇ ਕਰਮ ਹਨ ਤੇ ਚੰਗੀ ਜਾਤ ਹੈ। ਭਾਈ ਨੰਦ ਲਾਲ ਜੀ ਆਖਦੇ ਹਨ ਕਿ ਇਹ ਜਿਹੜੀ ਚਰਨ ਧੂੜੀ ਹੈ ਨਿਮਰਤਾ ਭਰੀ, ਇਹ ਕਿਸ ਕਿਸ ਦੀ ਸੋਭਾ ਵਧਾਉਣ ਵਾਲੀ ਹੈ। ਅੱਗੇ ਬਚਨ ਲਿਖਦੇ ਹਨ ਕਿ ਆਬਰੂ ਅਫਜ਼ਾਏ ਹਰ ਸ਼ਾਹੋ ਗਦਾਸਤ। ਸ਼ਾਹੋ ਮੈਨੇ ਹੈ ਸ਼ਾਹੂਕਾਰ, ਤੇ ਗਦਾਸਤ ਦਾ ਅਰਥ ਹੈ ਕੰਗਾਲ। ਚਾਹੇ ਉਹ ਕੋਈ ਕੰਗਾਲ ਹੋਵੇ ਜਿਸ ਦੇ ਕੋਲ ਪਹਿਨਣ ਦੇ ਲਈ ਚੰਗੇ ਕੱਪੜੇ ਵੀ ਨਾ ਹੋਣ, ਕੋਈ ਖਾਣ ਦੇ ਲਈ ਵਧੀਆ ਖਾਣੇ ਵੀ ਨਾ ਹੋਣ, ਤੇ ਚਾਹੇ ਕੋਈ ਸ਼ਾਹੂਕਾਰ ਹੋਵੇ, ਹਰ ਕਿਸੇ ਦੀ ਮੁਖੜੇ ਦੀ ਇਹ ਸੋਭਾ ਵਧਾਉਣ ਵਾਲੀ ਹੈ। ਤੇ ਸਿਰਫ ਇਸ ਲੋਕ ਦੇ ਅੰਦਰ ਨਹੀਂ ਵਧਾਉਣ ਵਾਲੀ, ਪਰਲੋਕ ਦੇ ਵਿੱਚ ਵੀ ਵਧਾਉਣ ਵਾਲੀ ਹੈ। ਪਰਲੋਕ ਦੇ ਵਿੱਚ ਗਿਆ ਹੋਇਆਂ ਕੈਸਾ ਸੁਰਖਰੂ ਹੁੰਦਾ ਹੈ। ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਰੇ ਰੇ ਦਰਗਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਕਿ ਜਿਹੜੇ ਧਰਮ ਰਾਜੇ ਦੇ ਜਿਹੜੇ ਜਮਦੂਤ ਹਨ ਉਹ ਵੀ ਐਸੇ ਪਵਿੱਤਰ ਆਤਮਾਵਾਂ ਨੂੰ ਨਮਸਕਾਰਾਂ ਕਰਦੇ ਨੇ, ਡੰਡੌਤ ਬੰਦਨਾ ਕਰਦੇ ਹਨ। ਜਿਵੇਂ ਸੋਹਲਾ ਸਾਹਿਬ ਪਾਵਨ ਬਾਣੀ ਦੇ ਅੰਦਰ ਹੀ ਆਪਾਂ ਬਚਨ ਪੜ੍ਹਦੇ ਹਾਂ ਕਿ ਜਦੋਂ ਕਿਸੇ ਨਾਮ ਰਸੀਏ ਦੀ, ਗੁਰਮੁਖ ਮਹਾਤਮਾ ਦੀ ਇਸ ਸੰਸਾਰ ਤੋਂ ਵਿਦਾਇਗੀ ਹੁੰਦੀ ਹੈ, ਉਸ ਵੇਲੇ ਜਿਹੜਾ ਧਰਮ ਰਾਜਾ ਹੈ ਆਪਣੇ ਜਮਦੂਤਾਂ ਨੂੰ ਇੱਕ ਗੱਲ ਸਮਝਾਉਂਦਾ ਹੈ। ਕਹਿੰਦੇ ਕਿ ਜਿਹੜੇ ਫਲਾਣੇ ਨਾਮ ਵਾਲੇ ਸਾਧੂ ਮਹਾਤਮਾ ਜਿਨ੍ਹਾਂ ਦੀ ਸਵਾਸਾ ਦੀ ਪੂੰਜੀ ਸਮਾਪਤ ਹੋਈ ਹੈ, ਉਹਨਾਂ ਨੂੰ ਲੈਣ ਵਾਸਤੇ, ਉਹਨਾਂ ਦੀ ਜੀਵ ਆਤਮਾ ਨੂੰ ਲੈਣ ਵਾਸਤੇ ਤੁਸੀਂ ਨਾ ਜਾਇਓ, ਤੁਸੀਂ ਉਹਨਾਂ ਦੇ ਕੋਲ ਬਿਲਕੁਲ ਨਹੀਂ ਜਾਣਾ। ਇਹ ਹਦਾਇਤ ਕਰ ਦਿੱਤੀ। ਕਹਿੰਦੇ ਕਿ ਜੇ ਤੁਸੀਂ ਚਲੇ ਗਏ ਤੇ ਆਪਾਂ ਨੇ ਬੱਝਿਆ ਨਹੀਂ ਛੁੱਟਣਾ। ਪਾਵਨ ਬਚਨ ਆਉਂਦੇ ਹਨ, ਨਾ ਹਉ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਓ ਦੂਤ। ਕਹਿੰਦੇ ਕਿ ਨਾ ਤਾਂ ਮੈਂ ਬੱਝਿਆ ਹੋਇਆਂ ਨੇ ਛੁੱਟਣਾ ਹੈ ਤੇ ਨਾ ਹੀ ਤੁਹਾਨੂੰ ਮੈਂ ਛਡਾ ਸਕਦਾ ਹਾਂ। ਐਸੇ ਹਨ ਨਾਮ ਬਾਣੀ ਦੇ ਰਸੀਏ। ਇਸ ਲਈ ਭਾਈ ਨੰਦ ਲਾਲ ਜੀ ਦੇ ਪਾਵਨ ਬਚਨਾਂ ਨੂੰ ਮੰਨਦਿਆਂ ਹੋਇਆਂ ਕਿ ਇਹੀ ਇੱਕ ਸਦੀਵੀ ਰਹਿਣ ਵਾਲਾ ਧਨ ਹੈ, ਇਹ ਨਾ ਹੀ ਇਸ ਲੋਕ ਦੇ ਅੰਦਰ ਨਿਖੁੱਟਦਾ ਹੈ, ਨਾ ਇਸ ਨੂੰ ਕੋਈ ਚੋਰ ਚੁਰਾ ਸਕਦਾ ਹੈ, ਨਾ ਪਾਣੀ ਗਾਲ ਸਕਦਾ ਹੈ, ਨਾ ਜਿਹੜੀ ਅਗਨੀ ਹੈ ਉਹ ਵੀ ਇਸ ਧਨ ਨੂੰ ਸਾੜ ਨਹੀਂ ਸਕਦੀ। ਇਸ ਲਈ ਇਹੀ ਇੱਕ ਹਮੇਸ਼ਾ ਪਵਿੱਤਰ ਰਹਿਣ ਵਾਲਾ ਧਨ ਹੈ। ਪਾਵਨ ਸ਼ਬਦ ਦੇ ਅੰਦਰ ਵੀ ਸਤਿਗੁਰੂ ਜੀ ਨੇ ਸਾਨੂੰ ਗੁਰਸਿੱਖਾਂ ਨੂੰ ਜਿਹੜੀ ਨਾਮ ਬਾਣੀ ਹੈ ਇਸ ਦਾ ਹੀ ਪਾਵਨ ਉਪਦੇਸ਼ ਦਿੱਤਾ ਹੈ। ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੱਲ ਵੀ ਪਾਵਨ ਪ੍ਰਸੰਗ ਦੇ ਅੰਦਰ ਭਾਵਨਾ ਵਾਲੇ ਗੁਰਸਿੱਖਾਂ ਨੂੰ ਜਿੱਥੇ ਸਮਾਗਮ ਦੇ ਉੱਪਰ ਸੱਦਿਆ,
ਉੱਥੇ ਨਾਲ ਹੀ ਪਾਵਨ ਗੁਰਬਾਣੀ ਦਾ ਵੀ ਉਪਦੇਸ਼ ਦਿੱਤਾ। ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਜੋ ਪਾਵਨ ਵਿਚਾਰ ਦੱਸ ਰਹੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਗੂਜਰੀ ਮਹੱਲਾ ਪੰਜਵਾ। ਕਬਹੂ ਹਰਿ ਸਿਉ ਚੀਤ ਨਾ ਲਾਇਓ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਬਚਨ ਉਚਾਰਨ ਕਰਦੇ ਹਨ। ਗੂਜਰੀ ਰਾਗਣੀ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਸ ਸੰਸਾਰ ਦੇ ਅੰਦਰ ਮਨੁੱਖਾਂ ਦੀ ਹਾਲਤ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਮਨੁੱਖ ਮਾਇਆ ਦੇ ਵਿੱਚ ਇੰਨਾ ਕੁ ਪਚਤ ਹੋ ਗਿਆ ਹੈ, ਇੰਨਾ ਕੁ ਉਲਝ ਗਿਆ ਹੈ ਕਿ ਉਹ ਆਖਦਾ ਹੈ ਕਿ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਉਹ ਇਹ ਗੱਲ ਆਖਦਾ ਹੈ ਕਿ ਮੈਂ ਤਾਂ ਮਰਨਾ ਹੀ ਨਹੀਂ, ਮੈਂ ਨਾ ਮਰੋ ਮਰਬੋ ਸੰਸਾਰਾ। ਉਸ ਨੇ ਇਹ ਗੱਲ ਧਾਰਨ ਕੀਤੀ ਹੋਈ ਹੈ। ਇਸ ਮੋਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਮਨੁੱਖ ਉਸ ਦੀ ਹਾਲਤ ਬਿਆਨ ਕਰਦੇ ਹਨ ਕਿ ਕਬਹੂ ਹਰਿ ਸਿਉ ਚੀਤ ਨਾ ਲਾਇਓ, ਕਿ ਮਨੁੱਖ ਨੇ ਇੰਨਾ ਕੁ ਮਾਇਆ ਵਿੱਚ ਉਲਝ ਗਿਆ ਹੈ ਕਿ ਕਦੇ ਵੀ ਉਸ ਹਰ ਜੋ ਹਰਿਆ ਭਰਿਆ ਕਰਨ ਵਾਲਾ ਹੈ, ਜਿਹੜਾ ਹਰ ਸ਼ਬਦ ਹੈ, ਇਸ ਦੇ ਵਿਦਵਾਨਾਂ ਨੇ ਲਗਭਗ 95 ਅਰਥ ਲਿਖੇ ਹਨ। ਕਿਤੇ ਤਾਂ ਇਸ ਹਰ ਦਾ ਅਰਥ ਹਰੀ ਪਰਮੇਸ਼ਰ ਬਣਦਾ ਹੈ, ਕਿਤੇ ਇਸ ਹਰ ਦਾ ਅਰਥ ਹਰਿਆ ਭਰਿਆ ਕਰਨ ਵਾਲਾ ਪਰਮੇਸ਼ਰ ਬਣਦਾ ਹੈ, ਜਿਹੜੇ ਗਰੀਬਾਂ ਦੇ ਲਤਾੜਿਆਂ ਦੇ ਜੀਵਨਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਜਾਂ ਹਰ ਦਾ ਅਰਥ ਹੈ ਜਿਹੜੇ ਸਾਡੇ ਮਾੜੇ ਵਿਕਾਰ ਹਨ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਹਰ ਮਿਹਣੇ ਨਾਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਹਰ ਦਾ ਅਰਥ ਹੈ ਹਰ ਜਗ੍ਹਾ ਦੇ ਉੱਪਰ ਸਮਾਇਆ ਹੋਇਆ, ਘਟ ਘਟ ਜ਼ਰਰੇ ਜ਼ਰਰੇ ਦੇ ਵਿੱਚ ਸਮਾਇਆ ਹੋਇਆ, ਐਸਾ ਵੀ ਹਰ ਦਾ ਅਰਥ ਹੈ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਪਰਿਪੂਰਨ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਕਦੇ ਵੀ ਚਿੱਤ ਵਿੱਚ ਵਸਾਉਣਾ ਨਹੀਂ ਕੀਤਾ। ਧੰਦਾ ਕਰਤ ਬਿਹਾਨੀ ਔਧ ਹੈ। ਤੇ ਮਨੁੱਖ ਦਾ ਜਿਹੜਾ ਜੀਵਨ ਹੈ, ਉਸ ਦੀ ਜਿਹੜੀ ਔਧ ਹੈ ਮੈਨੇ ਉਮਰ ਹੈ, ਉਹ ਧੰਦੇ ਕਰਦਿਆਂ ਹੋਇਆਂ ਹੀ, ਜਿੱਥੇ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਆਏ ਹਨ ਕਿ ਧੰਦਾ ਕਰਤ ਬਿਹਾਨੀ ਔਧ ਹੈ, ਇਸ ਦਾ ਇਹ ਭਾਵ ਨਹੀਂ ਕਿ ਜਿਹੜੇ ਸੰਸਾਰੀ ਧੰਦੇ ਉਹ ਕਰਨੇ ਨਹੀਂ। ਉਸ ਦੀ ਵੀ ਜੁਗਤੀ ਸਾਨੂੰ ਪਾਵਨ ਗੁਰਬਾਣੀ ਚੋਂ ਪ੍ਰਾਪਤ ਹੁੰਦੀ ਹੈ। ਉਹ ਕਿਹੜੀ ਹੈ? ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਜਿਹੜੇ ਸੰਸਾਰੀ ਕੰਮ ਧੰਦੇ ਨੇ ਉਹ ਵੀ ਆਪਾਂ ਕਰਨੇ ਹਨ, ਪਰ ਉਸ ਦੇ ਨਾਲ ਜਿਹੜਾ ਚਿੱਤ ਹੈ ਉਹ ਵਾਹਿਗੁਰੂ ਦੇ ਨਾਲ ਜੋੜਨਾ ਹੈ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਨੇ, ਪਰ ਮਨੁੱਖ ਦੀ ਇਹ ਹਾਲਤ ਬਣੀ ਹੋਈ ਹੈ ਕਿ ਮਨੁੱਖ ਧੰਦਿਆਂ ਦੇ ਵਿੱਚ ਹੀ ਉਲਝਿਆ ਹੋਇਆ ਆਪਣੀ ਜਿਹੜੀ ਉਮਰ ਹੈ ਉਸ ਨੂੰ ਬਤੀਤ ਕਰ ਰਿਹਾ ਹੈ। ਗੁਣ ਨਿਧ ਨਾਮ ਨਾ ਗਾਇਓ। ਤੇ ਜਿਹੜਾ ਗੁਣਾਂ ਦਾ ਸਮੁੰਦਰ ਪਰਮੇਸ਼ਰ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਗਾਉਣਾ ਨਹੀਂ ਕੀਤਾ। ਰਹਾਉ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਟਿਕਾ ਦੇ ਕੇ ਇਸ ਰਹਾਉ ਦੇ ਵੀ ਸੰਪਰਦਾਇ ਦੇ ਅੰਦਰ ਕਈ ਅਰਥ ਕੀਤੇ ਜਾਂਦੇ ਨੇ। ਰਹਾਉ ਦਾ ਇੱਕ ਮੁੱਖ ਭਾਵ ਇਹ ਹੈ ਕਿ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਦੂਸਰਾ ਇਸ ਦਾ ਅਰਥ ਕਰਦੇ ਨੇ ਕਿ ਰਹਾਉ ਵਿਸ਼ਰਾਮ। ਇਸ ਦਾ ਇਹ ਵੀ ਅਰਥ ਕੀਤਾ ਜਾਂਦਾ ਹੈ ਕਿ ਭਾਈ ਗੁਰਸਿੱਖੋ, ਆਪਣੇ ਮਨ ਨੂੰ ਟਿਕਾ ਕੇ ਗੁਰਬਾਣੀ ਦੀ ਕਥਾ ਸੁਣੋ। ਤੇ ਰਹਾਉ ਦਾ ਅਰਥ ਹੈ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਫਲ ਕੀ ਪ੍ਰਾਪਤ ਹੋਵੇਗਾ। ਰਹਾਉ ਮੈਨੇ ਜਿਹੜਾ ਸਾਡਾ ਮਨ ਜਿਹੜਾ ਹੈ ਚੰਚਲ, ਕਬਹੂ ਪਿਆਲ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅਰਾ ਥਿਰ ਨਾ ਰਹਿਤ ਹੈ। ਐਸਾ ਜਿਹੜਾ ਲੋਭੀ ਇਹ ਮਨ ਹੈ,
ਇਹ ਵੀ ਗੁਰਬਾਣੀ ਪੜ੍ਹਦਿਆਂ ਹੋਇਆਂ ਕੀਰਤਨ ਸੁਣਦਿਆਂ ਹੋਇਆਂ ਰਹਾਉ ਮੈਨੇ ਟਿਕ ਜਾਵੇਗਾ। ਕੌਡੀ ਕੌਡੀ ਜੋਰਤ ਕਪਟੀ। ਸਤਿਗੁਰੂ ਜੀ ਬਚਨ ਆਖਦੇ ਹਨ ਕਿ ਐ ਮਨੁੱਖ, ਤੇਰੀ ਹਾਲਤ ਇਹ ਹੈ ਕਿ ਤੂੰ ਕੌਡੀ ਕੌਡੀ ਇੱਕ ਇੱਕ ਪੈਸਾ ਜੋੜਦਾ ਹੋਇਆ ਹੀ ਤੂੰ ਬਹੁਤੇ ਜਿਹੜੇ ਵੱਲ ਛਲ ਹਨ ਉਹ ਕਰਨਾ ਕਰਦਾ ਹੈ। ਆਨਕ ਜੁਗਤ ਕਰ ਧਾਇਓ। ਤੇ ਬਹੁਤ ਜੁਗਤੀਆਂ ਵਰਤ ਕਰਕੇ ਤੂੰ ਤਰ੍ਹਾਂ ਤਰ੍ਹਾਂ ਲੋਕਾਂ ਦੇ ਨਾਲ ਵਿਚਰਨਾ ਕਰਦਾ ਹੈ ਕਿ ਮੈਨੂੰ ਇੱਥੋਂ ਵੀ ਮਾਇਆ ਪ੍ਰਾਪਤ ਹੋ ਜਾਵੇ, ਮੈਂ ਫਲਾਣੇ ਦਾ ਵੀ ਜਿਹੜਾ ਹੱਕ ਮਾਰ ਲਵਾਂ। ਤੇ ਇਸ ਪ੍ਰਕਾਰ ਤੇਰੀ ਇਹ ਹਾਲਤ ਹੈ ਕਿ ਅਨਕ ਜੁਗਤ ਕਰ ਧਾਇਓ। ਤੂੰ ਬਹੁਤੀਆਂ ਜੁਗਤਾਂ ਬਹੁਤੀਆਂ ਸਕੀਮਾਂ ਲਾ ਕਰਕੇ ਮਾਇਆ ਦੇ ਲਈ ਦੌੜਦਾ ਫਿਰਦਾ ਹੈ। ਬਿਸਰਤ ਪ੍ਰਭ ਕੀਤੇ ਦੁਖ ਗਨੀਐ ਹੈ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਸਤਿਗੁਰੂ ਜੀ ਆਪਾਂ ਗੁਰਸਿੱਖਾਂ ਨੂੰ ਸੁਚੇਤ ਕਰਦਿਆਂ ਹੋਇਆਂ ਕਿ ਬਿਸਰਤ ਪ੍ਰਭ, ਕਿ ਪਰਮੇਸ਼ਰ ਵਾਹਿਗੁਰੂ ਦੇ ਵਿਸਰਨ ਕਰਕੇ, ਕਿਉਂਕਿ ਮਨੁੱਖ ਇਸ ਸੰਸਾਰ ਦੇ ਅੰਦਰ ਸਿਰਫ ਇੱਕ ਪਰਮੇਸ਼ਰ ਵਾਹਿਗੁਰੂ ਦੇ ਬਲ ਕਰਕੇ ਆਇਆ ਹੈ। ਜਿਹੜਾ ਆਪਣੇ ਮਾਲਕ ਦਾ ਨੌਕਰ ਨਹੀਂ ਬਣ ਸਕਦਾ, ਜਿਹੜਾ ਨੌਕਰ ਆਪਣੇ ਮਾਲਕ ਦਾ ਨਹੀਂ ਬਣ ਸਕਿਆ, ਉਹ ਮਾਲਕ ਕਦੇ ਵੀ ਆਪਣੇ ਨੌਕਰ ਦੀ ਰੱਖਿਆ ਨਹੀਂ ਕਰਦਾ। ਇਸੇ ਪ੍ਰਕਾਰ ਹੀ ਸਾਡੇ ਅਸਲ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਹਨ। ਜਦੋਂ ਅਸੀਂ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਨਾ, ਨਾ ਫਿਰ ਸਾਡੀਆਂ ਅਰਦਾਸਾਂ ਪੂਰੀਆਂ ਹੋਣੀਆਂ, ਨਾ ਹੀ ਸਾਡਾ ਜਿਹੜਾ ਜੀਵਨ ਹੈ ਉਹ ਵੀ ਨਹੀਂ ਸਫਲਾ ਹੋ ਸਕਦਾ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਦੇ ਵਿਸਰਨ ਕਰਕੇ, ਭੁੱਲਣ ਕਰਕੇ ਕਿਤਨੇ ਕੁ ਦੁੱਖ ਗਿਣਨਾ ਕਰੀਏ, ਭਾਵ ਬਹੁਤੇ ਦੁੱਖ ਆਣ ਕੇ ਪ੍ਰਾਪਤ ਹੁੰਦੇ ਹਨ। ਮਹਾ ਮੋਹਨੀ ਖਾਇਓ। ਤੇ ਇਸ ਮਨੁੱਖ ਦਾ ਜਿਹੜਾ ਜੀਵਨ ਹੈ ਉਸ ਨੂੰ ਜਿਹੜੀ ਮਹਾ ਮੋਹਣੀ, ਬਹੁਤੀ ਮੋਹਿਤ ਕਰਨ ਵਾਲੀ ਜਿਹੜੀ ਇਹ ਮਾਇਆ ਹੈ, ਇਹੀ ਖਾ ਲੈਣਾ ਕਰਦੀ ਹੈ, ਇਹੀ ਨਾਸ਼ ਕਰ ਦੇਣਾ ਕਰਦੀ ਹੈ। ਕਰਹੁ ਅਨੁਗ੍ਰਹ ਸੁਆਮੀ ਮੇਰੇ। ਇਸ ਤੋਂ ਪਿਛਲੀਆਂ ਪੰਕਤੀਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਮਨੁੱਖਾਂ ਦੀ ਹਾਲਤ ਬਿਆਨ ਕੀਤੀ ਹੈ ਕਿ ਤੁਹਾਡੀ ਆਹ ਹਾਲਤ ਹੈ। ਸਤਿਗੁਰੂ ਜੀ ਦੇਖੋ ਕੈਸੀ ਮਹਾਨ ਬਿਰਤੀ ਵਾਲੇ ਹੋਵਣਗੇ। ਜਿਵੇਂ ਇੱਕ ਸਿਆਣਾ ਮਾਂ ਪਿਓ, ਸਿਆਣਾ ਉਸਤਾਦ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪਹਿਲਾਂ ਉਹਨਾਂ ਦੀ ਹਾਲਤ ਦੱਸਦਾ ਹੈ ਕਿ ਤੇਰੇ ਵਿੱਚ ਆਹ ਕਮੀਆਂ ਹਨ, ਤੈਨੂੰ ਆਹ ਜਿਹੜੇ ਸ਼ਬਦਾਂ ਦੇ ਉਚਾਰਨ ਦੀ ਤੇਰੇ ਵਿੱਚ ਕਮੀ ਹੈ, ਤੈਨੂੰ ਫਲਾਣੇ ਗ੍ਰੰਥ ਪੜ੍ਹਨ ਦੀ ਜਿਹੜੀ ਲੋੜ ਹੈ। ਪਹਿਲਾਂ ਇਹ ਹਾਲਤ ਬਿਆਨ ਕਰਕੇ ਫਿਰ ਉਸ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ, ਉਸ ਨੂੰ ਜਿਹੜੀ ਸਿੱਖਿਆ ਦੀ ਲੋੜ ਹੈ ਉਹ ਦੇਣਾ ਕਰਦੇ ਨੇ। ਉਸੇ ਪ੍ਰਕਾਰ ਹੀ ਸਤਿਗੁਰੂ ਜੀ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਨੂੰ ਗੁਰਸਿੱਖਾਂ ਨੂੰ ਇੱਕ ਜਾਚ ਦੱਸਦੇ ਨੇ, ਸਾਨੂੰ ਢੰਗ ਤਰੀਕਾ ਦੱਸਦੇ ਨੇ ਕਿ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ। ਕਿਉਂਕਿ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਅਰਦਾਸ ਬੇਨਤੀ ਕਰਨ ਦੇ ਵੀ ਢੰਗ ਤਰੀਕੇ ਦੱਸੇ ਨੇ। ਉੱਦਾਂ ਤਾਂ ਇੱਕ ਅਰਦਾਸ ਹੁੰਦੀ ਹੈ, ਇੱਕ ਹੁੰਦੀ ਹੈ ਬੇਨਤੀ। ਇਹਨਾਂ ਦੋਵਾਂ ਵਿੱਚ ਵੀ ਫਰਕ ਹੈ। ਉਹ ਹੈ ਕਿ ਜਿਹੜੀ ਅਰਦਾਸ ਉਸ ਨੂੰ ਆਖਿਆ ਜਾਂਦਾ ਹੈ ਜਿਹੜੀ ਆਪਾਂ ਸ਼ਾਮ ਸਵੇਰੇ ਕਰਦੇ ਹਾਂ। ਜਿਵੇਂ ਹੁਣ ਕਥਾ ਤੋਂ ਬਾਅਦ ਵੀ ਅਰਦਾਸ ਹੋਵੇਗੀ, ਇਸ ਨੂੰ ਆਖਿਆ ਜਾਂਦਾ ਹੈ ਅਰਦਾਸ। ਦੂਸਰੀ ਹੁੰਦੀ ਹੈ ਬੇਨਤੀ। ਬੇਨਤੀ ਉਸ ਨੂੰ ਆਖਿਆ ਜਾਂਦਾ ਹੈ ਜਿਸ ਦੇ ਅੰਦਰ ਪਾਵਨ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਕੋਈ ਤਰਲੇ ਮਿੰਨਤਾਂ ਲੈ ਕਰਕੇ ਸਤਿਗੁਰਾਂ ਨੂੰ ਬੇਨਤੀਆਂ ਕਰਨੀਆਂ ਕਿ ਸਤਿਗੁਰੂ ਜੀਓ ਅਸੀਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇੱਦਾਂ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਅਰਦਾਸ ਕਰਨੀ ਉਸ ਨੂੰ ਆਖਿਆ ਜਾਂਦਾ ਹੈ ਬੇਨਤੀ ਕਰਨੀ। ਇਸ ਪ੍ਰਕਾਰ ਸਤਿਗੁਰੂ ਜੀ ਸਾਨੂੰ
ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ ਨੇ ਕਿ ਭਾਈ ਗੁਰਸਿੱਖੋ, ਪਰਮੇਸ਼ਰ ਵਾਹਿਗੁਰੂ ਦੇ ਅੱਗੇ ਇਸ ਪ੍ਰਕਾਰ ਅਰਦਾਸ ਕਰੋ ਕਿ ਕਰੋ ਅਨੁਗ੍ਰਹ ਸੁਆਮੀ ਮੇਰੇ, ਕਿ ਹੇ ਸੁਆਮੀ ਮਾਲਕ ਪਤੀ ਪਰਮੇਸ਼ਰ ਵਾਹਿਗੁਰੂ ਜੀਓ, ਸਾਡੇ ਉੱਪਰ ਕਿਰਪਾ ਕਰਨਾ ਕਰੋ। ਗਨਹੁ ਨਾ ਮੋਹਿ ਕਮਾਇਓ, ਮੇਰੇ ਜਿਹੜੇ ਕਮਾਏ ਹੋਏ ਕਰਮ ਹਨ ਉਹਨਾਂ ਨੂੰ ਨਾ ਗਣੋ, ਕਿਉਂਕਿ ਜੇ ਮਨੁੱਖ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋਰ ਕਰੇ, ਕਿਉਂਕਿ ਜਿਵੇਂ ਆਪਾਂ ਸ੍ਰੀ ਜਪ ਨਿਸ਼ਾਨ ਬਾਣੀ ਦੇ ਅੰਦਰ ਇਹ ਪਾਵਨ ਬਚਨ ਪੜ੍ਹਦੇ ਹਾਂ ਕਿ ਜੋਰ ਨਾ ਜੁਗਤੀ ਛੁੱਟੈ ਸੰਸਾਰ, ਕਿ ਇਹ ਜਿਹੜਾ ਸੰਸਾਰ ਹੈ ਇਹ ਜੋਰ ਕੀਤਿਆਂ ਨਹੀਂ ਛੁੱਟ ਸਕਦਾ। ਕਿ ਕੋਈ ਮਨੁੱਖ ਇਹ ਆਖੇ ਕਿ ਮੇਰੇ ਕਰਮਾਂ ਦਾ ਹਿਸਾਬ ਕਰ ਲੈਣਾ ਕਰੋ, ਕਿਉਂਕਿ ਅਸੀਂ ਜਿਹੜੇ ਜੀਵ ਹਾਂ ਸਾਡੀ ਇਹ ਹਾਲਤ ਹੈ ਕਿਰਤ ਕਰਮ ਕੇ ਵਿਛੜੇ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਵਿਛੜੇ ਹੋਏ ਹਾਂ। ਤੇ ਜੁੜ ਕਿਵੇਂ ਜਾ ਸਕਦੇ ਹਾਂ? ਜੇ ਅਸੀਂ ਬੇਨਤੀ ਕਰਾਂਗੇ। ਬੇਨਤੀ ਕੀ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਬਚਨ ਆਖਦੇ ਹਨ ਕਿ ਗਨਹੁ ਨਾ ਮੋਹਿ ਕਮਾਇਓ, ਮੇਰੇ ਜਿਹੜੇ ਕੀਤੇ ਹੋਏ ਕਰਮ ਹਨ, ਜਿਵੇਂ ਕੱਤਕ ਦਾ ਜਿਹੜਾ ਪਾਵਨ 12 ਮਾਹਾਂ ਦੇ ਅੰਦਰ ਸ਼ਬਦ ਆਉਂਦਾ ਹੈ, ਉਸ ਦੇ ਅੰਦਰ ਵੀ ਇਹ ਪਾਵਨ ਬਚਨ ਹਨ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਕਿ ਜਿਹੜਾ ਮਨੁੱਖ ਹੈ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਹੀ ਇਸ ਸੰਸਾਰ ਦੇ ਅੰਦਰ ਦੁਖੀ ਹੁੰਦਾ ਹੈ, ਪਰ ਹੋਰਨਾਂ ਨੂੰ ਦੋਸ਼ ਦੇਣਾ ਇਹ ਫਿਰ ਜੋਗ ਨਹੀਂ। ਪਰ ਉੱਥੇ ਨਾਲ ਹੀ ਜਦੋਂ ਅਸੀਂ ਬੇਨਤੀਆਂ ਰੂਪ ਵਿੱਚ ਢਹਿ ਪਵਾਂਗੇ, ਨਿਮਰਤਾ ਦੇ ਸਹਿਤ ਡੰਡੌਤ ਬੰਦਨ ਕਰਕੇ ਮਨ ਦੇ ਵਿੱਚ ਅਸੀਂ ਗਰੀਬੀ ਲਿਆ ਕੇ ਬੇਨਤੀ ਕਰਾਂਗੇ, ਫਿਰ ਸਤਿਗੁਰੂ ਜੀ ਸਾਨੂੰ ਬਖਸ਼ਣ ਵਾਲੇ ਨੇ। ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਭਾਈ ਗੁਰਸਿੱਖੋ, ਪਰਮੇਸ਼ਰ ਵਾਹਿਗੁਰੂ ਦੇ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਕਰੋ ਅਨੁਗ੍ਰਹ ਸੁਆਮੀ ਮੇਰੇ, ਕਿ ਹੇ ਸੁਆਮੀ ਮਾਲਕ ਮੇਰੇ ਉੱਪਰ ਕਿਰਪਾ ਕਰੋ ਤੇ ਮੇਰੇ ਜਿਹੜੇ ਕੀਤੇ ਹੋਏ ਗੁਨਾਹ ਹਨ ਉਹਨਾਂ ਨੂੰ ਨਾ ਚਿਤਾਰਨਾ ਕਰੋ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਕੈਸਾ ਹੈ? ਉਹ ਗੋਬਿੰਦ, ਸਾਡੀਆਂ ਜਿਹੜੀਆਂ ਇੰਦਰੀਆਂ ਹਨ, ਅੱਖਾਂ ਹਨ, ਕੰਨ ਹਨ, ਸਾਡੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਹਨ, ਉਹਨਾਂ ਦੀ ਬਿੰਦ ਮੈਨੇ ਰੱਖਿਆ ਕਰਨ ਵਾਲਾ ਹੈ। ਤੇ ਦਇਆਲ, ਦਇਆ ਦਾ ਆਲ ਮੈਨੇ ਘਰ ਹੈ, ਭਾਵ ਬਹੁਤੀ ਦਇਆ ਕਰਨ ਵਾਲਾ ਹੈ। ਤੇ ਕਿਰਪਾਲ, ਕਿਰਪ ਆਲ, ਕਿਰਪਾ ਦਾ ਵੀ ਉਹ ਘਰ ਹੈ। ਤੇ ਸੁਖ ਸਾਗਰ, ਸੁੱਖਾਂ ਦਾ ਉਹ ਸਾਗਰ, ਭਾਵ ਸਾਨੂੰ ਬਹੁਤੇ ਸੁਖ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਨਾਨਕ ਹਰ ਸਰਣਾਇਓ। ਇਸ ਲਈ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਐਸੇ ਗੁਣਾਂ ਵਾਲਾ ਹੈ। ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਬਚਨ ਉਚਾਰਨ ਕਰਦੇ ਹਨ ਕਿ ਨਾਨਕ ਹਰ ਸਰਣਾਇਓ, ਕਿ ਭਾਈ ਗੁਰਸਿੱਖੋ, ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ, ਉਹ ਗੋਬਿੰਦ ਵੀ ਹੈ, ਸਾਡੀ ਰੱਖਿਆ ਕਰਨ ਵਾਲਾ ਵੀ ਹੈ, ਸਾਡੇ ਉੱਪਰ ਦਇਆ ਕਰਨ ਵਾਲਾ ਵੀ ਹੈ, ਸਾਡੇ ਉੱਪਰ ਕਿਰਪਾ ਕਰਨ ਵਾਲਾ ਵੀ ਹੈ, ਸਾਨੂੰ ਬਹੁਤੇ ਸੁਖ ਦੇਣ ਵਾਲਾ ਵੀ ਹੈ। ਇਸ ਲਈ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਇੰਨੇ ਗੁਣਾਂ ਵਾਲਾ ਜਾਣਦਿਆਂ ਹੋਇਆਂ ਹਰ ਸਰਣਾਇਓ, ਹਰੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੋ। ਸ਼ਰਨ ਦੇ ਵਿੱਚ ਆਉਣ ਕਰਕੇ ਸਾਡਾ ਇਹ ਜਿਹੜਾ ਦੁੱਖਾਂ ਵਾਲਾ ਜਿਹੜਾ ਜਾਲ ਹੈ ਇਹ ਨਾਸ਼ ਹੋ ਜਾਵੇਗਾ। ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨ। ਇਹ ਜਿਹੜੀ ਪਾਵਨ ਗੁਰਬਾਣੀ ਦੀ ਪਾਵਨ ਬਚਨ ਹਨ, ਜਿੱਥੇ ਆਪਾਂ ਸ਼ਰਵਣ ਕਰਦੇ ਹਾਂ, ਸਾਡੇ ਮਨ ਹਿਰਦਿਆਂ ਵਿੱਚ ਵਸ ਜਾਣ। ਅਸੀਂ ਵੀ ਪਰਮੇਸ਼ਰ ਵਾਹਿਗੁਰੂ ਨੂੰ ਦਿਆਲਤਾ ਕਿਰਪਾਲਤਾ ਵਾਲਾ ਜਾਣਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਜਪੀਏ। ਸੋ ਕੁਝ ਸਮਾਂ ਵਾਹਿਗੁਰੂ ਮੰਤਰ ਦਾ ਜਾਪ ਕਰਕੇ
ਉਸ ਤੋਂ ਬਾਅਦ ਇਸ ਪਾਵਨ ਸ਼ਬਦ ਦੀ ਸਮਾਪਤੀ ਹੋਵੇਗੀ। ਆਪ ਗੁਰਸਿੱਖ ਸੰਗਤਾਂ ਨੇ ਵੀ ਗੱਜ ਵੱਜ ਕੇ ਬੋਲਣਾ ਜੀ। ਵਾਹਿਗੁਰੂ 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 ਵਾਹਿਗੁਰੂ। ਸੋ ਭਾਈ ਗੁਰਦਾਸ ਸਾਹਿਬ ਜੀ ਦੇ ਪਾਵਨ ਬਚਨ ਹਨ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹ ਹਉਮੈ ਨੂੰ ਨਾਸ਼ ਕਰਨ ਵਾਲਾ ਮੰਤਰ ਹੈ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ। ਬਖਸ਼ ਲੈਣਾ ਜੀ। ਸੋ ਸਮਾਪਤੀ ਤੋਂ ਬਾਅਦ ਅਰਦਾਸ ਵਿੱਚ ਜੁੜੀਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਰਹੁ ਅਨੁਗ੍ਰਹੁ ਸੁਆਮੀ ਮੇਰੇ, ਗਨਹੁ ਨ ਮੋਹਿ ਕਮਾਇਓ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ, ਨਾਨਕ ਹਰ ਸਰਣਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।